So good evening, Sat Sri Akal, hello, namaskar, adab to everyone. So today is the last chapter for the economic survey, but ਉਧਰ ਜਾਣ ਤੋਂ ਪਹਿਲਾਂ ਇੱਕ ਛੋਟੀ ਜੀ ਸਟੋਰੀ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ। ਇਹ ਯਾਰ ਮੇਰੇ ਨਾਲ ਆਪ ਹੋਇਆ ਸੀਗਾ ਤਾਂ ਆਈ ਵਾਂਟ ਟੂ ਸ਼ੇਅਰ ਵੀ ਕੀ ਸਟੋਰੀ ਹੈ ਤਾਂ ਕੀ ਹੈ। ਛੋਟੀ ਜੀ ਗੱਲ ਹੈ, ਧਿਆਨ ਨਾਲ ਸੁਣਿਓ ਕਿ ਯਾਰ once upon a time ਕੁਝ ਸਾਲ ਪਹਿਲਾਂ when I was preparing for UPSC ਤਾਂ ਯਾਰ ਇੰਡੀਆ ਈਅਰਬੁੱਕ ਇੱਦਾਂ ਦੀ ਚੀਜ਼ ਹੁੰਦੀ ਹੈ ਵੀ ਬੰਦਾ ਕਹਿੰਦਾ ਇੰਨੀ ਮੋਟੀ ਕਿਤਾਬ ਤੇ ਸਾਰੀ ਪੜ੍ਹਨੀ ਪੈਣੀ ਹੈ। ਸੋ ਔਨਲਾਈਨ ਉੱਦਾਂ ਹੀ ਸਰਚ ਕਰਦੇ ਕਰਦੇ ਆਈ ਕੇਮ ਅਕਰੋਸ ਅ ਵੀਡੀਓ ਸੀਰੀਜ਼ ਵਿਚ ਸੈਡ ਜੀ, ਪਹਿਲੀ ਵੀਡੀਓ 'ਚ ਉਹਨਾਂ ਨੇ ਕਿਹਾ ਵੀ ਆਪਾਂ ਸਾਰੀ ਇੰਡੀਆ ਈਅਰਬੁੱਕ ਨੂੰ, ਆਈ ਵਿਲ ਨਾਟ ਨੇਮ ਔਰ ਸ਼ੇਮ ਐਨੀਬਡੀ, ਜਸਟ ਐਨੋਨਿਮਸਲੀ ਦੱਸ ਰਿਹਾ ਬਟ ਹੋਇਆ ਮੇਰੇ ਨਾਲ ਹੈ। ਤਾਂ ਉਹਨਾਂ ਨੇ ਕਿਹਾ ਜੀ ਸਾਰੀ ਜਿਹੜੀ ਮਿਨਿਸਟਰੀਜ਼ ਦੀ ਸਕੀਮਸ ਹੈ ਜਿਹੜੀ ਇੰਡੀਆ ਈਅਰਬੁੱਕ 'ਚੋਂ ਕਵਰ ਕਰਨੀ ਹੈ, ਆਪਾਂ ਇੱਕ ਇੱਕ ਵੀਡੀਓ 'ਚ ਪਾ ਕੇ ਨਾ ਤੁਹਾਨੂੰ ਸਾਰੀ ਇੰਡੀਆ ਈਅਰਬੁੱਕ ਦੀ ਸਕੀਮਸ ਮਿਨਿਸਟਰੀ ਵਾਈਜ਼ ਅਤੇ ਉਹਦੇ ਇਨਸਾਈਟਸ ਕਰਾ ਦੇਣੇ ਨੇ ਅਤੇ ਨੋਟਸ ਮਿਲ ਜਾਣਗੇ। ਸੋ ਆਈ ਵਾਜ਼ ਵੈਰੀ ਹੈਪੀ ਕਿ ਯਾਰ ਵਾਹ ਜੀ ਵਾਹ, ਇਹ ਤਾਂ ਬਹੁਤ ਵਧੀਆ ਹੈ। ਅਤੇ ਪਹਿਲੀ ਵੀਡੀਓ ਆਈ, ਮੈਂ ਉਹਦੇ ਨੋਟਸ ਬਣਾਏ ਅਤੇ 10-12 ਹੋਰ ਲੋਕਾਂ ਨੂੰ ਕਿਹਾ ਕਿ ਯਾਰ ਆਹ ਦੇਖੋ ਕਿੰਨੀ ਵਧੀਆ ਚੀਜ਼ ਆ, ਦੇਖੋ ਤੁਹਾਨੂੰ ਇੰਨੀ ਮੋਟੀ ਕਿਤਾਬ ਪੜ੍ਹਨ ਦੀ ਲੋੜ ਨਹੀਂ ਅਤੇ ਤੁਸੀਂ ਬਸ ਇਹ ਵੀਡੀਓਜ਼ ਦੇ ਨੋਟਸ ਬਣਾ ਲਿਓ। ਅਤੇ ਦੂਜੀ ਵੀਡੀਓ ਆਈ, ਆਈ ਵਾਜ਼ ਵੈਰੀ ਹੈਪੀ ਕਿ ਵੀ ਦੂਜੀ ਮਿਨਿਸਟਰੀ ਵੀ ਕਵਰ ਹੋ ਗਈ ਮੇਰੀ। ਦੈਨ ਵਨ ਫਾਈਨ ਡੇ ਆਫਟਰ 1 or 2 ਵੀਡੀਓਜ਼ ਦ ਵੀਡੀਓ ਸੀਰੀਜ਼ ਵੈਨਿਸ਼ਡ। ਵੀ ਉਹਦੇ ਬਾਅਦ ਕੋਈ ਵੀਡੀਓ ਨਾ ਆ ਰਹੀ ਹੈ, ਮੈਂ ਰੋਜ਼ ਅਪਡੇਟ ਦੇਖ ਰਿਹਾ ਬਟ ਕੋਈ ਅਪਡੇਟ ਨਹੀਂ। ਅਤੇ ਜਿਹੜਾ ਉਹਨਾਂ ਦਾ ਸੀਗਾ ਪ੍ਰੋਮਿਸ ਕਿ ਬਈ ਆਪਾਂ ਪੂਰੀ ਮਿਨਿਸਟਰੀਜ਼ ਕਵਰ ਕਰਾਵਾਂਗੇ ਇੱਕ ਅੱਧੀ ਬਾਅਦ ਖਤਮ। ਅਤੇ ਔਨਲਾਈਨ ਸੀਗਾ, ਹੁਣ ਮੈਂ ਬੰਦੇ ਨੂੰ ਕਿੱਥੇ ਲੱਭਦਾ ਫਿਰਾਂ, ਔਫਲਾਈਨ ਸੈਂਟਰ ਹੁੰਦਾ ਤਾਂ ਫਿਰ ਵੀ ਜਾ ਕੇ ਗੱਲ ਕਰਦਾ। ਸੋ ਮੈਂ ਦੇਖਿਆ, ਫਿਰ ਆਸ-ਪਾਸ ਓਬਜ਼ਰਵ ਕੀਤਾ ਵੀ ਔਨਲਾਈਨ ਇਹੀ ਚੱਲ ਰਿਹਾ ਹੈ ਕਿ ਦੇ ਗਿਵ ਯੂ ਬਿਗ ਪ੍ਰੋਮਿਸਿਸ ਕਿ ਯਾਰ ਆਪਾਂ ਇਹ ਪੂਰਾ ਕਰਾਵਾਂਗੇ, ਅਤੇ ਪੂਰਾ ਕਰਾਉਣ ਦੇ ਨਾਲ ਜਸਟ ਜਿੱਦਾਂ ਹੀ ਵਿਊਅਰਸ਼ਿਪ ਵੱਧਦੀ ਹੈ ਵੱਡੇ ਪ੍ਰੋਮਿਸਿਸ ਕਰਕੇ, ਉੱਦਾਂ ਹੀ ਉਹ ਗਾਇਬ ਹੋ ਜਾਂਦੇ ਨੇ। ਦੇ ਜਸਟ ਪੁਫ ਗੋਨ ਇਨ ਥਿਨ ਏਅਰ, ਦੈਨ ਯੂ ਕਾਂਟ ਡੂ ਐਨੀਥਿੰਗ। ਤਾਂ ਯਾਰ ਉਹਦੇ ਕਰਕੇ ਫਿਰ ਸਫ਼ਰ ਕਰਨਾ ਪਿਆ, ਦੁਬਾਰਾ ਸਭ ਕੁਛ ਆਪਣੇ ਲੈਵਲ 'ਤੇ ਆਪ ਕਰਨਾ ਪਿਆ। ਅਤੇ ਉਸ ਦਿਨ ਮੈਂ ਅਨਮੋਲ ਮਹਿਤਾ ਨੇ ਆਪਣੇ ਆਪ ਨੂੰ ਅਤੇ ਸਾਰੇ ਆਪਣੇ ਸਟੂਡੈਂਟਸ ਲਈ ਇਹ ਪ੍ਰੋਮਿਸ ਅਤੇ ਇੱਕ ਵਚਨ ਰੱਖਿਆ ਕਿ ਯਾਰ ਇਹ ਮੇਰਾ ਪੱਕਾ ਵਾਅਦਾ ਹੈ ਕਿ ਆਪਾਂ ਸਿਰਫ ਬੋਲਣਾ ਨਹੀਂ, ਆਪਾਂ ਕਰਕੇ ਦਿਖਾਣਾ ਹੈ। ਤਾਂ ਵਟ ਐਵਰ ਆਈ ਸੇ ਆਈ ਵਿਲ ਕੰਪਲੀਟ ਫॉर एवर एंड एवर। आई सेड दैट टू माई सैल्फ, आई प्रॉमिस दैट टू माई सैल्फ। ਐਂਡ ਟੁਡੇ ਜਿਹੜਾ ਇਕਨੋਮਿਕ ਸਰਵੇ ਹੈ ਉਹ ਕੰਪਲੀਟ ਕਰਾ ਰਿਹਾ ਮੈਂ, ਪੂਰੀ ਕਰਨੋਲੋਜੀ 'ਚ ਇੱਕ ਚੈਪਟਰ ਤੁਹਾਡਾ ਪਿਆ, ਰਾਈਟ। ਅਤੇ ਵਨ ਮੋਰ ਥਿੰਗ ਦੈਟ ਆਈ ਪ੍ਰੋਮਿਸ, ਜਿਹੜਾ ਤੁਸੀਂ ਕਹੋ ਵੀ ਉਹ ਨਹੀਂ ਪੂਰਾ ਹੋਇਆ, ਕਿ ਬਈ ਨੋਟਸ। ਤਾਂ ਅੱਜ ਵਾਲੀ ਵੀਡੀਓ 'ਚ ਤੁਹਾਨੂੰ ਨੋਟਸ ਬਣ ਗਏ ਨੇ, ਤਿਆਰ ਹੋ ਗਏ ਨੇ। ਅੱਜ ਵਾਲੀ ਵੀਡੀਓ 'ਚ ਤੁਹਾਨੂੰ ਇਸ ਚੈਪਟਰ ਦੇ ਨੋਟਸ PDF ਐਂਡ ਅਗੈਨ ਐਜ਼ ਆਈ ਪ੍ਰੋਮਿਸਡ ਇਨ ਪੰਜਾਬੀ ਇਨ ਇੰਗਲਿਸ਼ ਬੋਥ PDF ਤੁਹਾਨੂੰ ਡਿਸਕ੍ਰਿਪਸ਼ਨ ਲਿੰਕ ਮਿਲ ਜਾਣਾ ਨੇ। ਡਿਸਕ੍ਰਿਪਸ਼ਨ 'ਚ ਜਾ ਕੇ ਦੇਖ ਲਿਓ, ਅੱਜ ਦੇ ਚੈਪਟਰ ਦੇ ਨੋਟਸ ਅੱਜ ਦੀ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ 'ਚ ਪਏ ਹੋਏ ਨੇ PDF। ਸੋ ਉੱਧਰ ਜਾ ਕੇ ਦੇਖ ਲਿਓ ਐਜ਼ ਪ੍ਰੋਮਿਸ ਪੰਜਾਬੀ ਐਂਡ ਇੰਗਲਿਸ਼। ਐਂਡ ਗ੍ਰੈਜੂਅਲੀ 2-3 ਦਿਨਾਂ ਦਾ ਟਾਈਮ, ਸਾਰੀ ਦੀ ਸਾਰੀ ਵੀਡੀਓਜ਼ ਜਿਹੜੀ ਪਹਿਲਾਂ ਆ ਚੁੱਕੀਆਂ ਕਰਨੋਲੋਜੀ 'ਚ, ਉਹਨਾਂ ਦੇ ਥੱਲੇ ਆਪਾਂ ਡਿਸਕ੍ਰਿਪਸ਼ਨ 'ਚ ਨੋਟਸ ਪਾ ਦੇਣੇ ਨੇ, ਜਾਂ ਡਿਸਕ੍ਰਿਪਸ਼ਨ ਜਾਂ ਪਿੰਡ ਕਮੈਂਟਸ ਬੋਥ 'ਚ ਤੁਹਾਨੂੰ ਨੋਟਸ ਮਿਲ ਜਾਣੇ ਨੇ, ਨਾ ਸਿਰਫ ਅੰਗਰੇਜ਼ੀ 'ਚ, ਨਾਟ ਓਨਲੀ ਇੰਗਲਿਸ਼ ਬਟ ਆਲਸੋ ਇਨ ਪੰਜਾਬੀ 'ਚ ਵੀ ਮਿਲ ਜਾਣੇ ਨੇ ਨੋਟਸ। ਜਸਟ ਸਿਟ ਬੈਕਸ, ਰਿਲੈਕਸ ਐਂਡ ਇੰਜੋਏ। ਸੋ ਆਪਾਂ ਸਾਰੇ ਪ੍ਰੋਮਿਸ ਪੂਰੇ ਕਰਨੇ, ਅਤੇ ਤੁਸੀਂ ਇੱਕ ਪ੍ਰੋਮਿਸ ਕੀਤਾ ਹੈ ਅਤੇ ਕਰਨਾ ਹੈ ਪੂਰਾ, ਕਿ ਤੁਸੀਂ ਫੋਕਸ ਕਰਨਾ ਅਤੇ ਪਾਰਟੀਸਪੇਟ ਕਰਨਾ। ਸੋ ਪਲੀਜ਼ ਹੈਲਪ ਮੀ ਐਂਡ ਪਲੀਜ਼ let's say contribute to the fact that we are trying to study. Let's make the most of it. You just have to sit back, relax and enjoy. Just be focused. So ਉਹੀ ਰੂਲ, ਉਹੀ ਸ਼ੈਡਿਊਲ, ਪਹਿਲਾਂ ਵੀਡੀਓ ਦੇ ਟਾਈਮ ਫੋਕਸ ਅਤੇ ਬਾਅਦ 'ਚ ਕੁਐਸਚਨਸ ਦੇ ਆਨਸਰਸ, ਰਾਈਟ। ਸੋ ਕਮਿੰਗ ਟੂ ਦ ਲਾਸਟ ਚੈਪਟਰ, ਦਿਸ ਚੈਪਟਰ ਡੀਲਸ ਵਿਦ ਵਾਟ? ਦਿਸ ਚੈਪਟਰ ਡੀਲਸ ਵਿਦ ਗਵਰਨੈਂਸ। ਸੋ ਗਵਰਨੈਂਸ ਦੀ ਜੇ ਗੱਲ ਕਰੀਏ ਆਪਾਂ, ਵਟ ਇਜ਼ ਗਵਰਨੈਂਸ? ਪਹਿਲੀ ਗੱਲ ਤਾਂ ਆਹੀ ਹੈ। ਇਹ ਯਾਰ ਡੈਫੀਨੇਸ਼ਨ ਵਧੀਆ, ਗਵਰਨੈਂਸ ਰੈਫਰਸ ਟੂ ਦ ਪ੍ਰੋਸੈਸਿਸ, ਸਟਰਕਚਰਸ ਇੰਕਲੂਡਿੰਗ norms, values prevalent, which ensures that government remains accountable, transparent, responsive, rule of law, stability। ਇਹ ਸਾਰੀ ਗੱਲਾਂ ਵੱਡੀਆਂ ਦੀ ਡੈਫੀਨੇਸ਼ਨ ਤੁਸੀਂ ਇੱਕ ਵਾਰੀ ਰੋਕ ਕੇ ਆਰਾਮ ਨਾਲ ਪੜ੍ਹ ਲਿਓ।
ਤੇ ਪੇਪਰ 'ਚ ਚਾਹੇ ਲਿਖ ਵੀ ਆਇਓ, ਬਟ ਮੈਂ ਦੇਖਿਆ ਯਾਰ ਗਵਰਨੈਂਸ ਦੀ ਕਲਾਸਾਂ ਲਾਉਣ ਤੋਂ ਬਾਅਦ ਵੀ ਜ਼ਿਆਦਾਤਰ ਸਟੂਡੈਂਟਸ ਨੂੰ ਇਹ ਨਹੀਂ ਪਤਾ ਹੁੰਦਾ ਵੀ ਗਵਰਨਮੈਂਟ ਤੇ ਗਵਰਨੈਂਸ, ਗਵਰਨਮੈਂਟ ਤੇ ਗਵਰਨੈਂਸ ਇਹਨਾਂ ਦੋਨਾਂ 'ਚ ਕੀ ਫਰਕ ਹੈ। ਇਹ ਯਾਰ ਇਹ ਡੈਫੀਨੇਸ਼ਨ ਦੇ ਦਿੰਦੇ ਨੇ, ਗਵਰਨਮੈਂਟ ਇਜ਼ ਦ ਆਰਗੇਨਾਈਜੇਸ਼ਨਲ ਸੈਟਅਪ, ਇੰਸਟੀਟਿਊਸ਼ਨਲ ਸੈਟਅਪ, ਗਵਰਨੈਂਸ ਇਜ਼ ਦ ਵੇ ਯੂ ਲੈਟਸ ਸੇ ਪਰਫਾਰਮ ਯੋਰ ਡਿਊਟੀਜ਼ ਐਟਸੈਟਰਾ ਐਟਸੈਟਰਾ। ਇਹ ਸਮਝ ਨਹੀਂ ਆਉਂਦੀ ਯਾਰ, ਮੈਂ ਦੇਖਿਆ ਬਹੁਤ ਜ਼ਿਆਦਾ ਲੋਕਾਂ ਨੂੰ ਸਮਝ ਨਹੀਂ ਆਉਂਦੀ। ਤੇ ਇਹਦਾ ਸਿੰਪਲੀਫਾਈਡ ਵਰਜਨ ਕੀ ਹੈ? Example, I believe, is the language which everybody understands. So what is the simplified version of this? Simple ਤਰੀਕੇ ਨਾਲ ਸਮਝਦੇ ਹਾਂ। Let's say ਵੀ ਆਪਾਂ ਆਪਣੇ ਘਰ ਤੋਂ ਬਾਹਰ ਗਏ ਹਾਂ ਤੇ ਸਾਰੇ ਦੇ ਸਾਰੇ ਲੋਕੀ ਜਿਹੜੇ ਹੈਗੇ ਆ, ਜਸਟ ਐਨ ਐਗਜ਼ਾਮਪਲ, ਗੋਡ ਫੋਰਬਿਡ, ਬਟ ਲੈਟਸ ਸੇ ਆਪਾਂ ਕਿੱਥੇ ਬਾਹਰ ਮਾਰਕੀਟ ਤੱਕ ਗਏ, ਸਾਰੇ ਆਪਾਂ ਘਰ ਮੁੜੇ ਤੇ ਸਾਰਿਆਂ ਦੇ ਘਰ ਚੋਰੀ ਹੋ ਗਈ, ਚੋਰੀ ਹੋਈ ਪਈ ਹੈ। ਤੁਸੀਂ ਆ ਕੇ ਦੇਖਿਆ ਵੀ ਸਮਾਨ ਸਾਰਾ ਉਲਟਾ ਫੁਲਟਾ ਪਿਆ, ਜਿਹੜਾ ਕੀਮਤੀ ਸੀਗਾ ਉਹ ਚੱਕ ਕੇ ਲੈ ਗਏ। ਤੁਹਾਡਾ LED, ਤੁਹਾਡਾ ਡੌਗੀ ਜਿਹੜਾ ਸਭ ਤੋਂ ਜ਼ਿਆਦਾ ਕੀਮਤੀ ਸੀਗਾ ਉਹ ਚੱਕ ਕੇ ਲੈ ਗਏ, ਰਾਈਟ। ਨਾਓ ਹੁਣ ਕੀ ਕਰਨਾ ਆਪਾਂ ਸਾਰਿਆਂ ਨੇ, ਮੈਜੋਰਿਟੀ ਆਫ ਅਸ ਨੇ ਪੁਲਿਸ ਸਟੇਸ਼ਨ ਜਾਣਾ ਜਾਂ ਪੁਲਿਸ ਨੂੰ ਬੁਲਾਉਣਾ। ਲੈਟਸ ਸੇ ਵੀ ਆਪਾਂ ਸਾਰੇ ਪੁਲਿਸ ਸਟੇਸ਼ਨ ਚੱਲ ਗਏ ਤੇ ਉੱਧਰ ਜਾ ਕੇ ਹੁਣ ਪੁਲਿਸ ਦੇ ਕੋਲ ਕਿਉਂ ਗਏ ਆ? ਬਿਕੋਜ਼ ਉਹ ਆਰਗੇਨਾਈਜੇਸ਼ਨਲ ਸੈਟਅਪ ਹੈ, ਗਵਰਨਮੈਂਟ ਦੀ ਪਾਰ ਦਈ ਹੋਈ ਹੈ, ਕੌਨਸਟੀਟਿਊਸ਼ਨ ਦੀ ਪਾਰ ਦਈ ਹੋਈ ਹੈ ਕਿ ਵੀ ਪੁਲਿਸ ਦੇ ਕੋਲ ਪਾਰ ਹੈ ਚੋਰੀ ਨੂੰ ਇਨਵੈਸਟੀਗੇਟ ਕਰਨ ਦਾ ਤੇ ਸੋਲਵ ਕਰਨ ਦਾ, ਰਾਈਟ। ਸੋ ਆਪਾਂ ਪੁਲਿਸ ਕੋਲ ਚੱਲ ਗਏ। ਨਾਓ ਪੁਲਿਸ ਸਟੇਸ਼ਨ 'ਚ ਗਏ ਆ, ਲੈਟਸ ਸੇ ਵੀ ਇੱਕ ਪਰਸਨ ਹੈ ਮੈਂ ਤੇ ਇੱਕ BCD ਹੋਰ ਨੇ ਜੀ। ਸੋ ਲੈਟਸ ਸੇ ਵੀ ਮੈਂ ਗਿਆ ਪੁਲਿਸ ਸਟੇਸ਼ਨ ਤੇ ਉਹਨਾਂ ਨੇ ਮੈਨੂੰ ਕਿਹਾ, ਮੈਂ ਜਾ ਕੇ ਕਿਹਾ ਜੀ ਚੋਰੀ ਹੋ ਗਈ। ਉਹਨਾਂ ਨੇ ਕਿਹਾ ਭੱਜ ਜਾ, ਕੋਈ ਨਹੀਂ ਹੁੰਦੀ ਚੋਰੀ ਚਾਰੀ, ਆਪਾਂ ਬਾਅਦ 'ਚ ਦੇਖ ਲਾਂਗੇ, ਭੇਜ ਦਾਂਗੇ ਕਾਂਸਟੇਬਲ ਰੱਤੀ। ਸੋ ਆਈ ਵਾਜ਼ ਪ੍ਰੈਸ਼ਰਾਈਜ਼ਡ ਟੂ ਰਨ ਅਬਾਊਟ ਕਿ ਬਈ ਸਾਹਿਬ ਬਿਜ਼ੀ ਹੈ। ਤੇ ਦੂਜਾ ਜਿਹੜਾ B ਪਰਸਨ ਹੈ ਉਹ ਥੋੜਾ ਲੈਟਸ ਸੇ ਵੀ ਥੋੜਾ ਇਨਫਲੂਐਂਸ਼ੀਅਲ ਹੈ ਤੇ ਥੋੜਾ ਉਹਦਾ ਨਾਂ ਹੈ ਮਹੱਲੇ 'ਚ ਆਪਣੇ, ਤੇ ਉਹਨੂੰ ਪੁਲਿਸ ਵਾਲਾ ਕਹਿੰਦਾ ਵੀ ਆ ਜਾਓ ਸਰ, ਆ ਜਾਓ ਪਲੀਜ਼, ਬਹਿ ਜਾਓ, ਆਪਾਂ ਦੇਖਦੇ ਹਾਂ ਤੁਹਾਡਾ ਕੀ ਹੋਇਆ, ਤੁਸੀਂ ਚਾਹ ਪਾਣੀ ਪੀਓ। ਦੂਜੇ ਪਰਸਨ ਉਹ ਹੋਰ ਜ਼ਿਆਦਾ ਇਨਫਲੂਐਂਸ਼ੀਅਲ ਹੈ ਤੇ ਉਹਨੂੰ ਬਿਠਾਉਂਦੇ ਸਾਰ ਉਹ ਕਹਿੰਦੇ ਸਰ ਤੁਸੀਂ ਪਲੀਜ਼ ਚਾਹ ਪਾਣੀ ਪੀਓ, ਤੁਸੀਂ ਇੱਧਰ ਬੈਠੋ, AC ਸਵਿਚ ਔਨ ਕਰਦੇ ਹਾਂ, ਆਪਾਂ ਨਾ 2-3-4 ਘੰਟੇ 'ਚ ਤੁਹਾਡਾ ਪਤਾ ਲਗਾ ਲੈਣਾ ਕਿਹੜਾ ਚੋਰ ਸੀਗਾ। ਦੈਨ ਲਾਸਟ ਜਿਹੜਾ ਪਰਸਨ ਹੈ ਉਹਨੂੰ ਬਿਲਕੁਲ ਲੀਗਲ ਫਾਰਮੈਲਿਟੀ ਦੇ ਹਿਸਾਬ ਨਾਲ ਚੱਲਦੇ ਆ ਕਿ ਆਲਾ ਯਾਰ ਆਹ ਫਾਰਮ ਭਰ ਕੇ ਰੱਖ, ਕਿਹੜਾ ਘਰ ਨੰਬਰ ਹੈ ਤੇਰਾ ਤੇ ਕਿਹੜਾ ਕਿੱਥੇ ਚੋਰੀ ਹੋਈ, ਕਿੰਨੇ ਵਜੇ ਤੈਨੂੰ ਪਤਾ ਲੱਗਿਆ, ਤੇ ਤੈਨੂੰ ਇਹ ਕਾਂਸਟੇਬਲ ਅਲਾਟ ਹੋਏਗਾ ਤੇ ਆਪਣੀ ਗਵਾਹੀ ਤੇ ਆਪਣਾ ਬਿਆਨ ਇਹਨੂੰ ਨੋਟ ਕਰਾ ਦਿਓ ਤੇ FIR ਰਜਿਸਟਰ ਕਰਾ ਲਿਓ, ਰਾਈਟ। ਸੋ ਉਹਨੂੰ ਪੂਰੇ ਪ੍ਰੋਸੀਜਰ ਨਾਲ ਚੱਲਣੇ ਆ। ਸੋ ਲੁੱਕ ਐਟ ਦ ਇੰਸਟੀਟਿਊਸ਼ਨ ਇਜ਼ ਦ ਸੇਮ, ਦ ਪੁਲਿਸ, ਬਟ ਲੁੱਕ ਐਟ ਦੀ ਡੀਲਿੰਗ ਕਿ ਵੀ ਮੇਰੇ ਨਾਲ ਕਿੱਦਾਂ ਡੀਲ ਕਰ ਰਹੇ ਆ ਤੇ B ਪਰਸਨ ਨਾਲ ਕਿੱਦਾਂ ਪਿਆਰ ਨਾਲ ਡੀਲ ਕੀਤਾ ਸੀ, C ਨਾਲ ਹੋਰ ਪਿਆਰ ਨਾਲ, ਤੇ D ਨੂੰ ਹੁਣ ਲੀਗਲ ਸੈਟਅਪ ਪੂਰਾ ਫਾਰਮਲਾਈਜ਼ਡ ਲੀਗਲ ਵੇ 'ਚ ਡੀਲ ਕੀਤਾ। ਸੋ ਪਾਵਰ ਉਹਨਾਂ ਨੂੰ ਦੇਤੀ, ਉਹ ਗਵਰਨਮੈਂਟ ਇੰਸਟੀਟਿਊਸ਼ਨ ਬਣਾਤਾ ਪੁਲਿਸ ਦਾ, ਉਹ ਗਵਰਨਮੈਂਟ ਹੈ। ਜਿੱਦਾਂ ਉਹਨਾਂ ਨੇ ਯੂਜ਼ ਕੀਤੀ ਮੇਰੇ ਨਾਲ ਅਲੱਗ ਤਰੀਕੇ ਨਾਲ, B ਦੇ ਨਾਲ ਅਲੱਗ ਤਰੀਕੇ ਨਾਲ, C ਦੇ ਨਾਲ ਅਲੱਗ ਤਰੀਕੇ ਨਾਲ, ਉਹ ਗਵਰਨੈਂਸ ਹੈ, ਰਾਈਟ। ਜਿਹੜੀ ਪਾਵਰ ਮਿਲ ਗਈ ਉਹਨਾਂ ਨੂੰ, ਜਿਹੜਾ ਇੰਸਟੀਟਿਊਸ਼ਨ ਬਣਾਤਾ, ਉਹ ਗਵਰਨਮੈਂਟ ਹੈ। ਜਿੱਦਾਂ ਉਹ ਪਾਵਰ ਨੂੰ ਯੂਜ਼ ਕਰ ਰਹੇ ਆ ਉਹ ਗਵਰਨੈਂਸ ਹੈ। ਸੋ ਪਲੀਜ਼ ਬੀ ਵੈਰੀ ਵੈਰੀ ਕਲੀਅਰ ਅਬਾਊਟ ਦਿਸ ਡਿਫਰੈਂਸ। ਇੰਸਟੀਟਿਊਸ਼ਨਲ ਸੈਟਅਪ ਗਵਰਨਮੈਂਟ, the way you use that power governance, so we should be clear. And good governance ਕੀ ਹੁੰਦਾ ਹੈ ਜੀ? ਜੇ ਸਰਕਾਰ ਟਰਾਂਸਪੇਰੈਂਟ ਹੋਏ, ਜੇ ਸਰਕਾਰ ਰਿਸਪੌਂਸਿਵ ਹੋਏ, ਜੇ ਸਰਕਾਰ ਅਕਾਊਂਟੇਬਲ ਹੋਏ ਤੇ ਸਾਰਿਆਂ ਨੂੰ ਇੱਕੋ ਜਿਹਾ ਰਿਸਪੌਂਸਿਵ ਟ੍ਰੀਟਮੈਂਟ ਮਿਲਦਾ, bearing apart or leaving apart the differences of their families, about their influences, ਸਾਰਿਆਂ ਨੂੰ ਲੀਗਲੀ ਚੱਲਦੇ ਵੀ ਤੁਸੀਂ ਫਾਰਮ ਭਰੋ, ਇਹ ਪ੍ਰੋਸੀਜਰ ਹੈ, ਇਹ ਫੋਲੋ ਹੋਏਗਾ ਐਂਡ ਸਾਰਿਆਂ ਦੇ ਲਈ ਬਰਾਬਰ ਹੁੰਦਾ, ਦੈਨ ਆਪਾਂ ਕਹਿੰਦੇ ਗੁੱਡ ਗਵਰਨੈਂਸ, ਰਾਈਟ। ਸੋ ਦਿਸ ਇਜ਼ ਕਲੀਅਰ ਫॉर ਅਸ ਨਾਓ। ਗੋਇੰਗ ਫਰਦਰ, ਪੰਜਾਬ ਨੇ ਕੀ ਕੀਤਾ ਜੀ ਗੁੱਡ ਗਵਰਨੈਂਸ ਦੇ ਲਈ? ਇਟ ਹੈਜ਼ ਅਡੋਪਟਡ ਵੇਰੀਡ ਮੈਜਰਸ ਟੂ ਸਟਰੈਂਥਨ ਗਵਰਨੈਂਸ ਇਨ ਦ ਸਟੇਟ। ਕਿਹੜੇ ਮੈਥਡਸ ਨੇ ਜੀ, ਕੀ ਕਰ ਰਹੇ ਨੇ ਗੁੱਡ ਗਵਰਨੈਂਸ ਦੇ ਲਈ? ਇੱਕ ਤਾਂ ਇਹ CCTNS ਚਲਾਇਆ ਜੀ। What is this? Crime and Criminal Tracking Network and Systems, right? ਇਹਦੇ ਨਾਲ ਕੀ ਕਰ ਰਹੇ ਹਾਂ ਆਪਾਂ? This is a project to track police complaints. ਜਿਹੜੀ ਕੰਪਲੇਂਟ ਹੋ ਰਹੀਆਂ ਨੇ ਉਹਨਾਂ ਦਾ ਇੱਕ ਨੈਟਵਰਕ ਸਿਸਟਮ ਹੋ ਗਿਆ
ਕਿ ਇਹ ਨਾ ਹੋਏ ਕਿ ਇੱਕ ਥਾਣੇ 'ਚ ਬੰਦਾ ਚੋਰ ਰਜਿਸਟਰਡ ਸੀਗਾ ਤੇ ਦੂਜੇ ਥਾਣੇ 'ਚ ਜਾ ਕੇ ਆਰਾਮ ਨਾਲ ਚਾਹ ਕਾਫੀ ਪੀ ਰਿਹਾ, ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਚੋਰ ਹੈ, ਰਾਈਟ। ਸੋ ਨੈਟਵਰਕ ਸਿਸਟਮ, ਰਾਈਟ। ਦੈਨ ਫਰਦਰ ਜੀ ਲੋਕਪਾਲ ਲੈਜਿਸਲੇਸ਼ਨ ਲੈ ਕੇ ਆਏ हैं, and very good thing is that now the complaints against not only bureaucracy but also the chief minister can be made to the ਲੋਕਪਾਲ। ਤੇ ਸੁਣਵਾਈ ਦਾ ਜਸਟਿਸ ਦਾ ਇੱਕ ਹੋਰ let's say ਐਵੇਨਿਊ ਹੋ ਗਿਆ ਲੋਕਪਾਲ, ਰਾਈਟ। ਸੋ ਗੋਇੰਗ ਫਰਦਰ, ਐਸਟੈਬਲਿਸ਼ਮੈਂਟ ਆਫ ਗਵਰਨੈਂਸ ਐਥਿਕਸ ਐਂਡ ਰਿਫਾਰਮਸ ਕਮਿਸ਼ਨ, ਜਿਹੜਾ ਵੀ ਖਰਚਾ ਹੁਣ ਪੰਜਾਬ ਸਰਕਾਰ ਕਰੇਗੀ ਜਾਂ ਕਿੱਥੋਂ ਵੀ 50 ਕਰੋੜ ਤੋਂ ਵੱਧ ਖਰਚਾ ਹੋਏਗਾ ਤੇ ਉਹਨੂੰ ਐਥਿਕਸ ਤੇ ਰਿਫਾਰਮਸ ਕਮਿਸ਼ਨ ਦੇਖੂਗੀ, right? So this is again good for good governance. And another one is enactment of Punjab Transparency and Accountability in Delivery of Public Services Act. So again public services ch accountability ਤੇ transparency ਲਿਆਉਣ ਨੂੰ। Yeah, tell me this one thing, this is a good quote, essay ਚ ਕੰਮ ਆ ਜਾਣਾ ਜੇ ਤੁਸੀਂ ਲਿਖਣਾ ਚਾਹੁੰਦੇ ਹੋ। So secrecy is the invention of bureaucracy. Secrecy is the invention of bureaucracy. If you know who said this, please comment. ਤੇ ਇਹਦਾ ਮੈਨਾ ਕੀ ਹੋਇਆ, ਮਤਲਬ ਕੀ ਹੋਇਆ ਜੀ? ਸੀਕ੍ਰੇਸੀ ਜਾਂ ਇਨਫੋਰਮੇਸ਼ਨ ਨੂੰ ਛੁਪਾ ਕੇ ਰੱਖਣਾ ਬਿਊਰੋਕ੍ਰੇਸੀ ਦੀ ਇਨਵੈਂਸ਼ਨ ਹੈ। ਕਿਉਂ ਇੱਦਾਂ ਬਿਊਰੋਕਰੈਟਸ ਕਰਦੇ ਸੀਗੇ? ਬਿਕੋਜ਼ ਇਨਫੋਰਮੇਸ਼ਨ ਇਜ਼ ਪਾਵਰ। ਜਿਹੜੀ ਤੁਹਾਡੀ ਫਾਈਲ ਹੈ ਤੁਹਾਨੂੰ ਹਲੇ ਵੀ ਪਤਾ ਲੱਗਣਾ ਹੋਣਾ ਕਿ ਬਈ ਸਰਕਾਰੀ ਆਫਿਸ ਜਾ ਕੇ ਤੁਹਾਡੇ ਕੰਮ ਨੂੰ ਤਾਂ ਭੁੱਲ ਹੀ ਜਾਣੇ। ਤੁਸੀਂ ਰਜਿਸਟ੍ਰੇਸ਼ਨ ਕਰਾਉਣ ਗਏ, ਲੈਟਸ ਸੇ ਲੈਂਡ ਦੀ ਰਜਿਸਟ੍ਰੇਸ਼ਨ ਕਰਾਉਣੀ ਹੈ, ਉਹ ਕਹਿੰਦਾ ਜੀ ਤੁਹਾਡੀ ਫਾਈਲ ਇੱਥੇ ਆ ਉੱਥੇ ਆ, ਇਹ ਫਾਈਲ 'ਤੇ ਇਹ ਡੇਟ ਨਹੀਂ ਪਈ, ਉਹ ਡੇਟ ਨਹੀਂ ਪਈ। ਤੁਸੀਂ ਫਾਈਲਾਂ ਦੀ ਵੌਰ 'ਚ ਹੀ ਫਸ ਜਾਂਦੇ ਹੋ ਅਤੇ ਦੇ ਡੋਂਟ ਗਿਵ ਯੂ ਇਨਫੋਰਮੇਸ਼ਨ ਕਿ ਬਈ ਹੋ ਕੀ ਰਿਹਾ, ਕਿਉਂ ਨਹੀਂ ਰਜਿਸਟਰ ਹੋ ਰਿਹਾ ਮੇਰਾ ਲੈਂਡ। ਸੋ ਹੁਣ because secrecy was the invention of bureaucracy and information was used as power, the RTI Act was enacted to solve this situation. And at the state level they have enacted these kind of acts, Punjab Transparency and Accountability, then Transparency in Public Procurement Act। solve ਕੀ ਕਰ ਰਹੇ ਨੇ ਕਿ ਬਈ ਇਨਫੋਰਮੇਸ਼ਨ ਨੂੰ ਪਾਵਰ ਬਣਾ ਕੇ elitist information ਤੇ secretive information ਨਾ ਬਣਾਇਆ ਜਾ ਸਕੇ, right? So going further ji, the state has also leveraged information and communication technology and introduced various e-governance initiatives. So ਫਿਰ ਯਾਰ e-governance initiatives ਦਾ ਹੁਣ ਤਾਂ ਹੋਰ ਜ਼ਿਆਦਾ ਫਾਇਦਾ ਹੋ ਗਿਆ because of COVID-19 situation। ਇਹ ਜਿਹੜਾ ਕਰੋਨਾ ਵਾਇਰਸ ਆਇਆ ਉਹਦੇ ਕਰਕੇ ਆਪਾਂ ਘਰੋਂ ਬਾਹਰ ਜਾਣਾ ਥੋੜ੍ਹਾ ਰਿਸਕੀ ਹੋ ਗਿਆ ਅਤੇ ਨਹੀਂ ਜਾਣਾ ਚਾਹੀਦਾ ਫਾਲਤੂ ਦੇ ਕੰਮਾਂ ਲਈ। ਕੋਈ ਜ਼ਰੂਰੀ ਚੀਜ਼ ਹੋਏ ਤਾਂ ਮਾਸਕ ਪਹਿਨ ਕੇ ਤਾਂ ਸਾਰੀ ਸੇਫਟੀਆਂ ਕਰਕੇ ਜਾਣਾ ਚਾਹੀਦਾ। ਸੋ ਗਵਰਨੈਂਸ ਤੁਹਾਡੇ ਘਰ ਬੈਠੇ ਬੈਠੇ ਜੇ ਮਿਲ ਜੇ, ਤੁਸੀਂ ਚਲਾਨ ਭਰਨਾ ਹੋਏ, ਕੱਲ੍ਹ ਆਪਾਂ ਗੱਲ ਕੀਤੀ ਸੀਗੀ, ਅਤੇ ਇੱਕ ਐਮ ਸੇਵਾ ਐਪ ਹੈ ਉਹਦੀ ਗੱਲ ਅੱਗੇ ਆਊਗੀ ਕਿ ਬਈ ਜਿਹੜੀ ਤੁਹਾਨੂੰ ਸਰਕਾਰ ਤੋਂ ਸਰਵਿਸ ਚਾਹੀਦੀ ਉਹ ਤੁਹਾਨੂੰ ਐਟ ਦ ਕੰਫਰਟ ਆਫ ਯਰ ਹੋਮ ਮਿਲ ਜੇ ਅਤੇ ਵਿਦਆਊਟ ਦ ਰਿਸਕ ਆਫ ਕੋਵਿਡ ਮਿਲ ਜੇ। ਤਾਂ ਉਹਦੇ ਲਈ ਵੀ ਈ ਗਵਰਨੈਂਸ ਇਨੀਸ਼ੀਏਟਿਵਸ ਬਹੁਤ ਜ਼ਿਆਦਾ ਕੀਤੇ ਨੇ ਪੰਜਾਬ ਨੇ। ਦੈਨ ਲਾਅ ਐਂਡ ਆਰਡਰ ਦੀ ਗੱਲ ਆਉਂਦੀ ਹੈ ਜੀ। ਲਾਅ ਐਂਡ ਆਰਡਰ 'ਚ ਵੀ ਸ਼ੁੱਡ ਨੋ ਦੀਜ਼ ਕਾਈਂਡ ਆਫ ਕੁਐਸਚਨਸ ਯਾਰ, ਪਲੀਜ਼ ਬੀ ਅਵੇਅਰ। ਜਿੱਦਾਂ ਆਪਾਂ ਇਕੋਨਮੀ ਦਾ ਮਾਈਕਰੋ ਐਨਾਲਿਸਿਸ ਕੀਤਾ, ਤੁਹਾਡੇ ਕੋਲ ਪੋਲਿਟੀ ਦਾ, ਜੋਗ੍ਰਾਫੀ ਦਾ, ਹਿਸਟਰੀ ਦਾ, ਸਾਰਿਆਂ ਦਾ ਮਾਈਕਰੋ ਐਨਾਲਿਸਿਸ ਹੋਣਾ ਚਾਹੀਦਾ। ਜੇ ਹੈਗਾ ਤੇ ਤੁਹਾਨੂੰ ਪਤਾ ਹੋਣਾ ਕਿ these kind of questions 7 schedule ਕੀ ਕਹਿੰਦਾ, 11 schedule ਕੀ ਕਹਿੰਦਾ, 12 schedule ਕੀ ਕਹਿੰਦਾ, these kind of questions are appearing regularly। ਸੋ ਸਾਨੂੰ ਪਤਾ ਹੋਣਾ ਚਾਹੀਦਾ 7 schedule ਕੀ ਕਹਿੰਦਾ, ਸਾਨੂੰ ਪਤਾ ਹੈ। if ਤੁਹਾਨੂੰ ਪਤਾ comment, right? if ਨਹੀਂ ਪਤਾ ਤਾਂ ਫਿਰ ਯਾਰ please tell me, I'll tell you, right? So over here it says police and public order are state subjects, we know this। under the 7th schedule, police, law and order are state subjects, right? And Punjab has one of the highest police strength in the country। Punjab police ਜਿਹੜੀ famous ਹੈ ਵਧੀਆ ਕੰਮ ਕਰਨ ਲਈ, ਸਾਰਿਆਂ ਦੇ ਲਈ ਸਭ ਤੋਂ ਜ਼ਿਆਦਾ। ਮੈਂ ਤੁਹਾਨੂੰ ਸੱਚੀ ਕਹਿ ਸਕਦਾ ਕਿ ਯਾਰ ਇੱਦਾਂ ਦੇ ਲੋਕੀ ਵੀ ਨੇ ਜਿਹੜੇ ਪੰਜਾਬ 'ਚ ਕ੍ਰਾਈਮ ਕਰਨ ਤੋਂ ਬਹੁਤ ਜ਼ਿਆਦਾ ਡਰਦੇ ਹਨ। ਤਾਂ ਪੰਜਾਬ ਪੁਲਿਸ ਦਾ ਨੰਬਰ ਵੀ ਜ਼ਿਆਦਾ, ਦੇਖੋ ਜੀ 275 ਪੁਲਿਸਮੈਨ ਪਰ ਲੱਖ ਹੈ, which is nearly double the all India average of 134 per lakh population। 275 ਪੁਲਿਸ ਵਾਲੇ 1 ਲੱਖ ਪਾਪੂਲੇਸ਼ਨ ਪਿੱਛੇ ਪੰਜਾਬ ਸੂਬੇ 'ਚ।
ਪੂਰੇ ਦੇਸ਼ 'ਚ ਕਿੰਨੇ ਨੇ ਜੀ? 134, ਡਬਲ ਤੋਂ ਵੀ ਜ਼ਿਆਦਾ, ਰਾਈਟ। ਸੋ ਗੋਇੰਗ ਫਰਦਰ ਜੀ, ਤੇ ਪੁਲਿਸਿੰਗ ਦਾ ਹੋਰ ਵਧੀਆ ਕੰਮ ਕਰਨ ਦੇ ਲਈ ਕੀ ਕਰ ਰਹੇ ਆ, ਟਰਸਟ ਡੈਫਿਸਿਟ ਜਿਹੜਾ ਸੀਗਾ ਕਿ ਬੰਦੇ ਡਰਦੇ ਸੀਗੇ ਪੁਲਿਸ ਕੋਲ ਜਾਂਦੇ ਹੋਏ ਕਿ ਵੀ ਸਾਨੂੰ ਇਦਾਂ ਹੀ ਫਸਾ ਲੈਣਗੇ, ਤੇ ਹੁਣ ਕੀ ਕਰਿਆ, ਇੱਕ ਸਾਂਝ ਪ੍ਰੋਗਰਾਮ ਚਲਾਇਆ ਜੀ। ਸਾਂਝ, ਆ ਸਾਂਝ ਕੀ ਹੈ? ਦਿਸ ਇਜ਼ ਅ ਪ੍ਰੋਗਰਾਮ ਆਫ ਕਮਿਊਨਿਟੀ ਪੁਲਿਸਿੰਗ। ਤੇ ਪੰਜਾਬ ਪੁਲਿਸ ਨੇ ਤੁਹਾਡੇ ਹੋਰ ਵਧੀਆ ਹੈਲਪ ਕਰਨ ਨੂੰ, ਤੁਹਾਡੀ ਹੋਰ ਜ਼ਿਆਦਾ ਵਧੀਆ ਸੇਵਾ ਕਰਨ ਨੂੰ ਇਹ ਸਾਂਝ ਪ੍ਰੋਗਰਾਮ ਚਲਾਇਆ। ਇਹਦੇ 'ਚ ਕੀ ਹੋਏਗਾ? ਕਮਿਊਨਿਟੀ ਪੁਲਿਸਿੰਗ, ਮਤਲਬ ਪੁਲਿਸ ਤੇ ਆਮ ਲੋਕੀ, NGOs ਵਾਲੇ, ਕਾਲਜ ਦੇ ਪ੍ਰੋਫੈਸਰ, ਇਹਨਾਂ ਦੇ ਕੇਂਦਰ ਬਣਾਤੇ। ਤੇ ਜਿਹੜੀ ਸੇਵਾ ਤੁਹਾਨੂੰ ਪੁਲਿਸ ਤੋਂ ਮਿਲਦੀ ਸੀਗੀ, ਤੇ ਕਈ ਵਾਰੀ ਡਰ ਵੀ ਲੱਗਦਾ ਸੀਗਾ ਵੀ ਖਾਕੀ ਵਰਦੀ ਹੈ, ਕੋਇਨਸੀਡੈਂਟਲੀ ਆਈ ਐਮ ਆਲਸੋ ਵੇਅਰਿੰਗ ਖਾਕੀ ਟੁਡੇ, ਬਟ ਮੈਂ ਤਾਂ ਟੀਚਰ ਹਾਂ, ਮੇਰੇ ਤੋਂ ਤਾਂ ਕੋਈ ਡਰੇਗਾ ਨਹੀਂ, ਰਾਈਟ। ਸੋ ਕਈ ਵਾਰੀ ਹੁੰਦਾ ਸੀਗਾ। ਸੋ ਉਹਨਾਂ ਦੀ ਪ੍ਰੋਬਲਮ ਸੋਲਵ ਕਰਨ ਲਈ ਕਾਲਜ ਦੇ ਪ੍ਰੋਫੈਸਰ, NGO ਦੇ ਮੈਂਬਰ, ਉਹਨਾਂ ਨੂੰ ਪੁਲਿਸ ਦੇ ਨਾਲ ਇੱਕ ਸੈਟਅਪ ਬਣਾਤਾ। ਤੇ ਉਹ ਸੈਟਅਪ ਦੇ ਨਾਲ ਤੁਸੀਂ ਜਾ ਕੇ ਉੱਥੇ ਆਪਣੇ ਸਰਵਿਸਿਜ਼ ਲੈ ਸਕਦੇ ਹੋ। ਸੋ ਦਿਸ ਇਜ਼ ਕਾਲਡ ਕਮਿਊਨਿਟੀ ਪੁਲਿਸਿੰਗ ਐਂਡ ਦਿਸ ਇਜ਼ ਦਾ ਸਾਂਝ ਪ੍ਰੋਜੈਕਟ। ਪਲੀਜ਼ ਰਿਮੈਂਬਰ ਦਿਸ ਨੇਮ, ਇਹ ਪੇਪਰ 'ਚ ਸਿੱਧਾ ਆ ਸਕਦਾ, ਰਾਈਟ। ਸੋ ਗੋਇੰਗ ਫਰਦਰ, GIS ਦੀ ਜੀ ਗੱਲ ਕਰੀਏ, ਜੋਗ੍ਰਾਫਿਕ ਇਨਫੋਰਮੇਸ਼ਨ ਸਿਸਟਮ, ਇਹ ਕਿੰਨੇ ਸੈਟਅਪ ਕਰਿਆ ਜੀ? GIS ਸੈੱਲ ਇਨ ਇਕਨੋਮਿਕ ਐਂਡ ਸਟੈਟਿਸਟੀਕਲ ਆਰਗੇਨਾਈਜੇਸ਼ਨ, ਡਿਪਾਰਟਮੈਂਟ ਆਫ ਪਲੈਨਿੰਗ। ਇਹ ਵਾਲੇ ਡਿਪਾਰਟਮੈਂਟ ਦੀ ਮੈਂ ਪਹਿਲੀ ਵੀਡੀਓ 'ਚ ਗੱਲ ਕੀਤੀ ਸੀ, ਫਰਸਟ ਚੈਪਟਰ ਵਾਲੀ ਵੀਡੀਓ 'ਚ। ਕਿਉਂ ਇੰਪੋਰਟੈਂਟ ਸੀਗਾ, ਇਹਨੇ ਕੀ ਕੰਮ ਕੀਤਾ ਸੀਗਾ, ਲਾਸਟ ਟਾਈਮ ਪੇਪਰ 'ਚ ਆਇਆ 15 ਵਾਲੇ ਪੇਪਰ 'ਚ, ਰਾਈਟ। ਸੋ ਇਹਨੇ ਕੀ ਕਰਿਆ? ਇਫ ਯੂ ਨੋ ਇਟ ਪਲੀਜ਼ ਕਮੈਂਟ। ਇਹਨਾਂ ਨੇ ਜੀ, ਆਈ ਵਿਲ ਟੈਲ ਯੂ, ਇਹਨਾਂ ਨੇ ਇਕਨੋਮਿਕ ਸਰਵੇ ਜਿਹੜਾ ਆਪਾਂ ਪੜ੍ਹ ਰਹੇ ਹਾਂ, ਜਿਹੜਾ ਅੱਜ ਆਪਾਂ ख़त्म ਕਰ ਰਹੇ ਹਾਂ, ਉਹ ਸਾਰਾ ਕੰਪਾਈਲ ਇਹਨਾਂ ਨੇ ਕੀਤਾ, ਰਾਈਟ। ਸੋ ਗੋਇੰਗ ਫਰਦਰ ਜੀ, ਇਹਨਾਂ ਨੇ GIS ਦੇ ਨਾਲ ਕੀ ਕੀਤਾ ਜੀ? ਜੋਗ੍ਰਾਫਿਕ ਇਨਫੋਰਮੇਸ਼ਨ ਸਿਸਟਮ ਦੇ ਨਾਲ ਸਪੈਟੀਅਲ ਪਲੈਨਿੰਗ, ਸਪੈਟੀਅਲ ਪਲੈਨਿੰਗ ਵਿਚ ਇਜ਼ ਕਿ ਬਈ ਆਪਣੇ ਸਾਰੇ ਇਲਾਕੇ ਨੂੰ ਨੱਪ ਕੇ ਜੋਗ੍ਰਾਫੀ ਵਾਈਜ਼ ਤੇ ਇਲਾਕੇ ਦੇ ਲੈਂਡਸਕੇਪ ਵਾਈਜ਼ ਵਧੀਆ ਪਲੈਨਿੰਗ ਕੀਤੀ ਜਾ ਸਕੇ, ਉਹਦੇ ਲਈ GIS ਸਿਸਟਮਸ ਨੂੰ ਯੂਜ਼ ਕਰ ਰਹੇ ਹਾਂ, ਰਾਈਟ। ਸੋ ਦ GIS ਸੈੱਲ ਇਨ ESO ਔਰ ਇਕਨੋਮਿਕ ਸਟੈਟਿਸਟੀਕਲ ਆਰਗੇਨਾਈਜੇਸ਼ਨ ਐਂਡ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ, ਪਲੀਜ਼ ਰਿਮੈਂਬਰ ਦਿਸ। ਕਿੱਥੇ ਹੈ ਜੀ? ਪੰਜਾਬ ਰਿਮੋਟ ਸੈਂਸਿੰਗ ਸੈਂਟਰ ਇਨ ਲੁਧਿਆਣਾ, ਰਾਈਟ। have jointly prepared a short-term action plan for Punjab GIS after discussion and meeting with various departments of Government of Punjab, right? So ਆਪਾਂ ਟੈਕਨੋਲੋਜੀਜ਼ ਨੂੰ, IT ਨੂੰ ਯੂਜ਼ ਕਰਕੇ ਬੈਟਰ ਪਲੈਨਿੰਗ ਕਰ ਰਹੇ ਹਾਂ ਆਪਣੇ ਸੂਬੇ ਦੇ ਲਈ, ਰਾਈਟ। ਸੋ ਗੋਇੰਗ ਫਰਦਰ ਜੀ, the plan also includes pilot studies for cadastral mapping, municipal GIS, soil quality, carbon accounting। ਇਹ ਸਾਰੀ ਚੀਜ਼ਾਂ ਕੀ ਕਰ ਰਹੇ ਨੇ ਜੀ? ਇਹ ਵਧੀਆ ਪਲੈਨਿੰਗ ਹੋ ਸਕੇ ਵੀ ਕਿੱਥੇ ਤੁਹਾਨੂੰ ਡਰੇਨੇਜ ਸਿਸਟਮ ਬਣਾਉਣਾ ਚਾਹੀਦਾ ਹੈ, ਕਿੰਨਾ ਕੁ ਕਾਰਬਨ ਸਾਡੇ ਪੰਜਾਬ ਦੇ ਸੋਇਲ 'ਚ ਕੁਆਲਿਟੀ ਕੀ ਹੈ, ਤੇ ਕਾਰਬਨ ਕਿੰਨਾ ਲੈਟਸ ਸੇ ਆਪਾਂ ਕਾਰਬਨ ਡਾਈਆਕਸਾਈਡ ਨੂੰ ਕੰਟਰੀਬਿਊਟ ਕਰ ਰਹੇ ਹਾਂ, ਉਹ ਸਾਰੀ ਚੀਜ਼ਾਂ ਵਧੀਆ ਸਟੈਟਸ ਗੈਦਰ ਕਰਕੇ GIS ਤੋਂ ਬੈਟਰ ਪਲੈਨਿੰਗ ਆਪਾਂ ਕਰ ਸਕਾਂਗੇ, ਰਾਈਟ। ਸੋ ਦ ਪ੍ਰੈਪਰੇਸ਼ਨ ਆਫ GIS ਡਾਟਾ ਆਫ ਆਲ these themes except the cadastral mapping and municipal GIS and carbon accounting has been completed, and the web GIS of the completed themes has also been prepared by GIS cell ESO in collaboration with National Center for Geoinformatics। ਸੋ ਹੁਣ ਕੀ ਗੱਲ ਕਰ ਰਹੇ ਹਾਂ ਜੀ? GIS ਟੈਕਨੋਲੋਜੀ ਦੀ ਵਧੀਆ ਵਰਤੋਂ ਕੀਤੀ ਹੈ ਸਾਡੇ ਸੂਬੇ ਨੇ, ਤੇ ESO ਡਿਪਾਰਟਮੈਂਟ, ਇਕਨੋਮਿਕ ਸਟੈਟਿਸਟੀਕਲ ਆਰਗੇਨਾਈਜੇਸ਼ਨ ਨੇ ਵਧੀਆ ਕੰਟਰੀਬਿਊਟ ਕੀਤਾ, ਰਾਈਟ। ਸੋ ਗੋਇੰਗ ਫਰਦਰ, ਕੰਬੈਟਿੰਗ ਕਰਪਸ਼ਨ, ਜਿਹੜਾ ਕਰਪਸ਼ਨ ਇੱਕ ਬਹੁਤ ਵੱਡਾ ਹੀ ਇਲਨੈਸ ਹੈ, ਜਾਂ ਲੈਟਸ ਸੇ ਬਈ ਬਹੁਤ ਵੱਡਾ ਪ੍ਰੋਬਲਮ ਹੈ ਗਵਰਨੈਂਸ 'ਚ, ਤੇ ਉਹਨੂੰ ਕਿੱਦਾਂ ਆਪਾਂ ਕੰਬੈਟ ਕਰ ਰਹੇ ਨੇ, ਰਾਈਟ। ਸੋ ਫਸਟ ਈਅਰ ਕਰਪਸ਼ਨ, ਯਾਰ ਕਰਪਸ਼ਨ ਦੀ ਡੈਫੀਨੇਸ਼ਨ ਵੀ ਹੋ ਸਕਦੀ ਹੈ ਇੱਕ ਮੈਥਮੈਟੀਕਲ ਇੰਜੀਨੀਅਰਸ ਨੂੰ ਹੈਲਪ ਕਰਨ ਲਈ ਮੈਂ ਮੈਂਸ਼ਨ ਕਰ ਰਹੇ ਹਾਂ। If you like it, please hit the like button, appreciate it, right? So monopoly minus accountability,
ਕਰਪਸ਼ਨ ਕਦ ਹੋ ਸਕਦੀ ਹੈ ਜੀ? ਵੈਨ ਦੇਰ ਇਜ਼ ਮੋਨੋਪਲੀ ਮਾਈਨਸ ਅਕਾਊਂਟੇਬਿਲਿਟੀ। ਇੱਕ ਤਾਂ ਤੁਹਾਡੀ ਮੋਨੋਪਲੀ ਹੈ ਵੀ ਤੁਹਾਡੇ ਕੋਲ ਕੱਲੀ ਉਹੀ ਸਰਵਿਸ ਤੁਸੀਂ ਉਹ ਡਿਲੀਵਰ ਕਰ ਸਕਦੇ ਹੋ। ਚਿਪਸ ਵੇਚਣ ਵਾਲਾ ਦੁਕਾਨ ਵਾਲਾ ਕਦੇ ਇਹ ਕਹਿ ਸਕਦਾ ਵੀ ਮੈਂ 10 ਰੁਪਏ ਦਾ ਨਹੀਂ 500 ਰੁਪਏ ਦਾ ਦਊਂਗਾ ਤੈਨੂੰ 10 ਵਾਲਾ ਪੈਕਟ। ਤੁਸੀਂ ਕਹੋ ਯਾਰ ਕਮਲਾ ਹੋਏ, ਮੈਂ ਨਾਲ ਵਾਲੀ ਦੁਕਾਨ ਤੋਂ ਲੈ ਲੈਣਾ। ਜੇ ਤੁਹਾਡੀ ਮੋਨੋਪਲੀ ਨਹੀਂ ਹੈ ਤੁਸੀਂ ਕਰਪਸ਼ਨ ਜਨਰਲੀ ਨਹੀਂ ਕਰ ਸਕਦੇ। ਅਤੇ ਅਕਾਊਂਟੇਬਿਲਟੀ ਵੀ ਕਿਉਂ ਤੁਸੀਂ 500 ਦਾ ਵੇਚਿਆ? ਜੇ ਜਵਾਬਦੇਹੀ ਨਹੀਂ ਹੈ ਤਾਂ ਹੀ ਤੁਸੀਂ ਕਰਪਸ਼ਨ ਕਰ ਸਕਦੇ। ਜੇ ਜਵਾਬ ਦੇਣਾ ਪਿਆ ਵੀ 100 ਰੁਪਏ ਦੀ ਚੀਜ਼ ਸੀ ਤੂੰ 10 ਲੱਖ ਰੁਪਏ ਕਿਉਂ ਲੈ ਲਿਆ ਇਹਦਾ, ਤਾਂ ਫਿਰ ਤੁਸੀਂ ਕਰਪਸ਼ਨ ਨਹੀਂ ਕਰ ਸਕੋਗੇ, ਰਾਈਟ। ਸੋ ਦਿਸ ਇਜ਼ ਫॉर ਇੰਜੀਨੀਅਰਸ। ਯਾਰ ਇੱਕ ਡੈਫੀਨੇਸ਼ਨ ਜੀ ਨਾ ਸਾਇੰਸ ਬੈਕਗਰਾਊਂਡ ਵਾਲੇ ਥੋੜ੍ਹਾ ਚਾਹੁੰਦੇ ਵੀ ਕਰਪਸ਼ਨ ਨੂੰ ਡਿਫਾਈਨ ਕਰ ਦਿਓ ਇੱਕ ਇਕੁਏਸ਼ਨ 'ਚ, ਅਤੇ ਆਪਾਂ ਵਧੀਆ ਕੱਢੀ ਹੋਈ ਹੈ ਯਾਰ, ਤੁਹਾਡੇ ਕੰਮ ਆ ਜਾਣੀ ਹੈ। ਸੋ ਆਈ ਵਾਂਟਡ ਟੂ ਸ਼ੇਅਰ। ਸੋ ਲੈਟਸ ਗੈਟ ਬੈਕ ਟੂ ਦਿਸ। ਕੰਬੈਟਿੰਗ ਕਰਪਸ਼ਨ ਦੇ ਲਈ ਕੀ ਕੀਤਾ ਜੀ? ਆਪਾਂ ਗੱਲ ਕੀਤੀ ਹੈ ਪੰਜਾਬ ਲੋਕਪਾਲ ਐਕਟ 1996 ਨੂੰ ਰਿਪਲੇਸ ਕਰਕੇ ਨਿਊ ਲੈਜਿਸਲੇਸ਼ਨ ਲੈ ਕੇ ਆਏ ਨੇ, ਨਿਊ ਲਾਅ ਲੈ ਕੇ ਆਏ ਨੇ ਲੋਕਪਾਲ ਦੇ ਲਈ। ਅਤੇ ਉੱਧਰ ਚੀਫ ਮਿਨਿਸਟਰ ਅਤੇ ਮਿਨਿਸਟਰਸ ਐਂਡ ਬਿਊਰੋਕਰੇਸੀ ਐਟ ਆਲ ਲੈਵਲਸ ਦੇ ਖਿਲਾਫ ਕੰਪਲੇਂਟ ਹੋ ਸਕੇਗੀ। ਜਸਟਿਸ ਦਾ ਇੱਕ ਹੋਰ ਮਾਧਿਅਮ ਬਣ ਸਕੇਗਾ, ਰਾਈਟ। ਇਹ ਧਿਆਨ ਰੱਖਿਓ ਵੀ ਨਿਊ ਲੋਕਪਾਲ ਲੈਜਿਸਲੇਸ਼ਨ ਚੀਫ ਮਿਨਿਸਟਰ ਅਤੇ ਮਿਨਿਸਟਰਸ ਨੂੰ ਵੀ ਕਵਰ ਕਰ ਰਹੀ ਹੈ, ਰਾਈਟ। ਦੈਨ ਪੰਜਾਬ ਗਵਰਨੈਂਸ ਐਂਡ ਐਥਿਕਸ ਰਿਫਾਰਮਸ ਕਮਿਸ਼ਨ ਆਪਾਂ ਕੀ ਹੈ ਜੀ ਸੈਟਅਪ ਕਰ ਲਈ। ਕੀ ਡੀਲ ਕਰਨਾ ਇਹਨਾਂ ਨੇ? ਐਨੀ ਪ੍ਰੋਜੈਕਟ ਵਰਥ ਮੋਰ ਦੈਨ 50 ਕਰੋੜਸ, ਜਿਹੜਾ ਵੀ 50 ਕਰੋੜ ਤੋਂ ਵੱਧ ਪ੍ਰੋਜੈਕਟ ਹੈ ਉਹਨੂੰ ਡੀਲ ਕਰਨਾ, ਰਾਈਟ। ਸੋ ਗੋਇੰਗ ਫਰਦਰ ਜੀ, e-governance initiatives I told you these would come. M-Seva, the mobile application, just a second. The M-Seva app, what is this for? Application of or availability of citizen services on mobile application. Mobile app ਜਿਹੜੀ ਹੈਗੀ play store ਤੋਂ ਤੁਸੀਂ M-Seva download ਕਰ ਸਕਦੇ ਹੋ ਅਤੇ ਸਰਕਾਰੀ ਸਰਵਿਸਿਜ਼ ਤੁਹਾਨੂੰ ਜਿੰਨੀ ਹੋ ਸਕਣਗੀ ਘਰ ਬੈਠੇ ਬੈਠੇ ਡਿਲੀਵਰ ਹੋ ਜਾਣਗੀਆਂ, ਰਾਈਟ। ਐਂਡ ਪਬਲਿਕ ਸਰਵਿਸ ਡਿਲੀਵਰੀ ਨੂੰ ਯੂਨੀਫਿਕੇਸ਼ਨ ਆਫ ਸੇਵਾ ਕੇਂਦਰਸ ਕਰਤਾ ਹੈ ਵੀ ਸਾਰੀ ਦੀ ਸਾਰੀ ਸੇਵਾਵਾਂ ਇੱਕ ਥਾਂ 'ਤੇ ਮਿਲ ਸਕਣ, ਰਾਈਟ। ਐਂਡ ਫਰਦਰ ਜੀ ਆਫਿਸ ਇੰਪਲੀਮੈਂਟੇਸ਼ਨ। ਆ ਕੀ ਹੈ? ਗਵਰਨਮੈਂਟ ਡਿਪਾਰਟਮੈਂਟਸ ਦੀ ਟਰਨ ਅਰਾਊਂਡ ਟਾਈਮ ਨੂੰ ਰਿਡਿਊਸ ਕਰਨ ਲਈ ਵੀ ਜਦ ਤੁਸੀਂ ਆਪਣਾ ਫਾਈਲ ਡਿਪੋਜ਼ਿਟ ਕੀਤੀ, ਲੈਟਸ ਸੇ ਵੀ ਤੁਹਾਡੇ ਘਰ ਬਹੁਤ ਹੀ ਫੋਰਚੂਨੇਟਲੀ ਇੱਕ ਜਵਾਕ ਪੈਦਾ ਹੋਇਆ, ਤੁਸੀਂ ਬਰਥ ਸਰਟੀਫਿਕੇਟ ਬਣਵਾਉਣਾ, ਅਤੇ ਇਹਨਾਂ ਨੇ ਕੀ ਕਰਿਆ ਇੰਟੀਗ੍ਰੇਟ ਕਰਕੇ ਅਤੇ ਤੁਹਾਡਾ ਐਪਲੀਕੇਸ਼ਨ ਅਤੇ ਵਾਪਸ ਸਰਟੀਫਿਕੇਟ ਆਉਣ ਦਾ ਟਾਈਮ ਘਟਾਇਆ ਜਾ ਸਕੇ, ਟਾਈਮਲੀ ਸਰਵਿਸ ਡਿਲੀਵਰੀ ਇਨਸ਼ੋਰ ਕੀਤੀ ਜਾ ਸਕੇ। ਟਾਈਮਲੀ ਸਰਵਿਸ ਡਿਲੀਵਰੀ ਦੇ ਲਈ ਮੈਂ ਪਹਿਲਾਂ ਵੀ ਪੁੱਛਿਆ, ਤੁਹਾਡੇ ਸਿਲੇਬਸ 'ਚ ਵੀ ਗਿਵਨ ਹੈ, ਉਹ ਡਾਕੂਮੈਂਟਸ ਨੂੰ ਕੀ ਕਹਿੰਦੇ ਨੇ ਜਿਹੜੇ ਟਾਈਮਲੀ ਸਰਵਿਸ ਡਿਲੀਵਰੀ ਐਂਡ ਕੁਆਲਿਟੀ ਆਫ ਸਰਵਿਸ ਇਨਸ਼ੋਰ ਕਰਦੇ ਹੈ ਪਬਲਿਕ ਸਰਵਿਸ ਦੇ ਰਾਹੀਂ ਔਰ ਪਬਲਿਕ ਸਰਵਿਸ ਦੇ ਰਿਲੇਟਡ ਕੀ ਕਹਿੰਦੇ ਨੇ ਉਨ ਡਾਕੂਮੈਂਟਸ ਨੂੰ? ਜੇ ਤੁਹਾਨੂੰ ਪਤਾ ਹੈ ਅਗੈਨ ਕੌਮੈਂਟ, ਜੇ ਨਹੀਂ ਪਤਾ ਤਾਂ ਫਿਰ ਕੌਮੈਂਟ ਦਾ ਡਾਊਟ, ਰਾਈਟ। ਗੋਇੰਗ ਫਰਦਰ ਜੀ, ਡਿਸਪੋਜ਼ਲ ਆਫ ਗ੍ਰੀਵਾਂਸਿਸ ਇਨ ਦਾ ਸਟੇਟ। ਯਾਰ ਯੂਨੀਅਨ ਲੈਵਲ 'ਤੇ ਇਹ ਹੈਗਾ CP ਗ੍ਰਾਮਸ ਹੈਗਾ, ਅਤੇ ਆਪਣਾ ਕੀ ਨੰਬਰ ਹੁੰਦਾ? PB 911 PB ਹੁੰਦਾ ਨਾ, ਸੋ PG ਗ੍ਰਾਮਸ। ਇਹਨੇ ਕੀ ਕਰਨਾ ਜੀ? ਪਬਲਿਕ ਗ੍ਰੀਵਾਂਸਿਸ ਦੇ ਰਿਡਰੈਸਲ ਕਰਨਾ ਐਂਡ ਮੋਨੀਟਰਿੰਗ ਸਿਸਟਮ ਕਰਨਾ। ਇਹ ਕੋਲੈਬੋਰੇਸ਼ਨ ਕਿਹਦੇ ਨਾਲ ਕੀਤੀ? ਆਪਾਂ ਗਵਰਨਮੈਂਟ ਆਫ ਇੰਡੀਆ ਦੇ ਨਾਲ ਡਿਵੈਲਪ ਕੀਤਾ। ਅਤੇ ਬਸ ਇਹ ਰਿਮੈਂਬਰ ਕਰਨਾ ਸਵਾਲ ਕਿੱਦਾਂ ਆ ਜਾਂਦਾ PG ਗ੍ਰਾਮਸ, ਇਹਦੀ ਗਲਤ ਆਪਸ਼ਨਾਂ 'ਚ ਹੁੰਦਾ ਗ੍ਰਾਮ ਪੰਚਾਇਤ ਨਾਲ ਡੀਲ ਕਰਦਾ, ਜਾਂ ਗਲਤ ਆਪਸ਼ਨਾਂ 'ਚ ਹੁੰਦਾ ਵਿਲੇਜ ਮਾਡਲ ਨਾਲ ਡੀਲ ਕਰਦਾ। ਸੋ ਫਿਰ ਆਪਾਂ ਕੀ ਕਰਦੇ ਹਾਂ, ਆਪਾਂ ਕਨਫਿਊਜ਼ ਹੋ ਜਾਂਦੇ ਨੇ ਜੇ ਨਹੀਂ ਪਤਾ ਕਿ ਇਹ ਪਬਲਿਕ ਗ੍ਰੀਵਾਂਸ ਰਿਡਰੈਸਲ ਨਾਲ ਗੱਲ ਕਰਦਾ, ਰਾਈਟ। ਸੋ ਜਸਟ ਰਿਮੈਂਬਰ ਫॉर द ਪ੍ਰੀਲਿਮਸ very let's say clearly that PG grams is nothing to do with gram panchayat, it is to deal with public grievance redressal, right? So then further ji, this portal is up and running 24/7 and citizens can also submit reminder and clarification on their grievances. ਤੇ ਕਿਹਦੇ ਖਿਲਾਫ? ਸਾਰਿਆਂ ਦੇ ਖਿਲਾਫ ਕਰ ਸਕਦੇ ਹੋ, ਈਵਨ ਚੀਫ ਮਿਨਿਸਟਰ ਦੇ ਖਿਲਾਫ ਤੇ ਚੀਫ ਸੈਕਟਰੀ ਦੇ ਖਿਲਾਫ ਕਰ ਸਕਦੇ ਹੋ ਕੰਪਲੇਂਟ, right? Going further the transparency, I said that secrecy is invention of bureaucracy and it leads to misuse of the positions and of information. So ਉਹਦਾ ਹੀਲਾ ਕੀ ਹੈ? ਟਰਾਂਸਪੇਰੈਂਸੀ। ਇਹਨੂੰ ਸੂਬਾ ਸਰਕਾਰ ਕਿੱਦਾਂ ਇੰਸ਼ੋਰ ਕਰ ਰਹੀ ਹੈ? ਇਹ ਕਹਿ ਰਹੇ ਨੇ ਜੀ ਟਰਾਂਸਪੇਰੈਂਸੀ enhances communication between the government and its citizens and builds public trust.
ਜਿਹੜਾ ਟਰਸਟ ਦਾ ਡੈਫਿਸਿਟ ਹੈ ਨਾ, ਤੁਸੀਂ ਪਾਨ ਵਾਲੀ ਦੁਕਾਨਾਂ ਤੇ ਕਨਵਰਸੇਸ਼ਨ ਦੇਖੀ ਹੋਣੀ ਹੈ ਕਿ ਬਈ ਸਾਰੇ ਲੋਕ ਕਹਿ ਰਹੇ ਹੁੰਦੇ ਨੇ ਸੂਬਾ ਸਰਕਾਰ ਨੇ ਇਹ ਗਲਤ ਕਰਤਾ, ਸਰਕਾਰ ਦਾ ਕੁਝ ਨਹੀਂ ਕਰ ਸਕਦੀ, ਇੰਡੀਆ ਦਾ ਕੁਝ ਨਹੀਂ ਹੋ ਸਕਦਾ, ਪੰਜਾਬ ਦਾ ਕੁਝ ਨਹੀਂ ਹੋ ਸਕਦਾ। ਉਹ ਸਾਰੀ ਗੱਲਾਂ ਕੀ ਨੇ? ਉਹ ਪਬਲਿਕ ਡੈਫਿਸਿਟ ਹੈ, ਟਰਸਟ ਡੈਫਿਸਿਟ ਹੈ ਸਰਕਾਰ ਤੇ ਉਹਦੇ ਗਵਰਨਡ ਲੋਕਾਂ ਦੇ ਵਿੱਚ। ਸੋ ਉਹਨੂੰ ਹੀਲਾ ਕਰਨ ਦੇ ਲਈ ਟਰਾਂਸਪੇਰੈਂਸੀ ਲਿਆ ਰਹੇ ਨੇ, ਵਧੀਆ ਕੋਸ਼ਿਸ਼ਾਂ ਕਰ ਰਹੇ ਨੇ, ਰਾਈਟ। ਸੋ there are two new acts, Punjab Transparency and Accountability in Delivery of Public Services, including Electronic Service Delivery Act and Punjab Transparency in Public Procurement Act 2019। ਸੋ ਇਹ ਦੋਨੋਂ ਨਵੀਂ ਲੈਜਿਸਲੇਸ਼ਨਸ ਦੇ ਨਾਲ ਆਪਾਂ ਕੀ ਇੰਸ਼ੋਰ ਕਰਨਾ ਚਾਹ ਰਹੇ ਨੇ? ਆਪਾਂ ਇੰਸ਼ੋਰ ਕਰਨਾ ਚਾਹ ਰਹੇ ਨੇ ਕਿ ਵਧੀਆ ਪਬਲਿਕ ਸਰਵਿਸ ਡਿਲੀਵਰੀ ਹੋ ਸਕੇ ਤੇ ਟਰਾਂਸਪੇਰੈਂਸੀ ਆ ਸਕੇ ਤੇ ਪਬਲਿਕ ਦਾ ਜਿਹੜਾ ਟਰਸਟ ਡੈਫਿਸਿਟ ਹੈ ਉਹ ਘੱਟ ਹੋ ਸਕੇ ਤੇ ਖਤਮ ਹੀ ਹੋ ਜਾਏ, ਰਾਈਟ। ਸੋ ਗੋਇੰਗ ਫਰਦਰ ਜੀ, ਡੀਸੈਂਟਰਲਾਈਜੇਸ਼ਨ ਐਂਡ ਇੰਪਾਵਰਿੰਗ ਲੋਕਲ ਬਾਡੀਜ਼। ਅਗੇਨ ਯਾਰ ਆ ਦੇਖੋ ਆ ਗਿਆ 11th ਤੇ 12th ਸ਼ਡਿਊਲ, ਇਹ ਕਿਹਦੇ ਨਾਲ ਡੀਲ ਕਰਦੇ ਨੇ? ਦਿਸ ਇਜ਼ ਕਲੀਅਰ ਹੇਅਰ ਐਜ਼ ਵੈਲ, ਪਲੀਜ਼ ਕੌਮੈਂਟ ਆਲਸੋ। 11th ਐਂਡ 12th ਸ਼ਡਿਊਲ ਇਹ ਜੀ ਗੱਲ ਕਰ ਰਹੇ ਨੇ ਅੱਗੇ, that state government has developed all or has devolved all 18 functions to ULBs, that is urban local bodies, and 13 functions to PRIs, that is Panchayati Raj institutions, right। Panchayats are in the village or rural areas, ULB तो urban है ही है, right। So ਇਹਨਾਂ ਨੇ ਜਿਹੜਾ ਵੀ ਕਰਨਾ ਸੀਗਾ 11th and 12th schedule ਦੇ ਅੰਦਰ, ਉਹ ਪਾਵਰ ਸੂਬਾ ਸਰਕਾਰ ਨੇ ਪੰਚਾਇਤਾਂ ਨੂੰ ਤੇ ਮੁਨਸਿਪੈਲਿਟੀਆਂ ਅਰਬਨ ਲੋਕਲ ਬਾਡੀਜ਼ ਨੂੰ ਦੇ ਦਿੱਤੀ ਹੈ, ਰਾਈਟ। ਇੱਕ ਹੋਰ ਗੱਲ ਜਿਹਦਾ ਕੁਐਸਚਨ ਮੈਂ ਬਾਰ-ਬਾਰ ਰਿਪੀਟ ਕਰ ਰਿਹਾ ਆਊਗਾ ਸ਼ਾਇਦ, that reservation for women has been increased from 33% to 50%. Please, again I repeat, I have said this n number of times during this survey series that ਇਹ ਧਿਆਨ ਰੱਖਿਓ ਫੈਕਟ। ਯਾਰ ਇਹ ਨਾ ਤੁਹਾਨੂੰ ਮਤਲਬ ਮੇਰਾ ਮਕਸਦ ਕੀ ਹੈ, ਨਹੀਂ ਤਾਂ ਨੋਟਸ ਫੋਟੋਕਾਪੀ ਕਰਾ ਕੇ ਮੈਂ ਵੀ ਪਾ ਦਿੰਦਾ ਤੇ ਜਸਟ ਕਹਿ ਦਿੰਦਾ ਵੀ ਆ ਹੋ ਗਿਆ, ਆ ਲਓ ਜੀ ਤੁਸੀਂ ਆਪ ਪੜ੍ਹ ਲਓ, ਇਹ ਥੀਮ ਹੈ, ਇਹ ਸਿਸਟਮ ਹੈ, ਪੜ੍ਹ ਲਓ। ਬਟ ਉਹਦੇ ਨਾਲ ਯਾਰ ਫਾਇਦਾ ਕੀ ਨਹੀਂ ਹੋਣਾ ਸੀ, ਤੁਹਾਨੂੰ ਆਪਣੇ ਐਂਡ 'ਤੇ ਬਹੁਤ ਜ਼ਿਆਦਾ ਐਫਰਟ ਲੱਗ ਜਾਣਾ ਸੀ ਚੀਜ਼ਾਂ ਨੂੰ ਸਮਝਣ ਨੂੰ। ਤੇ ਓਕੇ ਹਾਈਲਾਈਟ ਇੰਪੋਰਟੈਂਟ ਇਜ਼ ਈਜ਼ੀ, ਬਟ ਵਟ ਇਜ਼ ਵੈਰੀ ਵੈਰੀ ਇੰਪੋਰਟੈਂਟ ਇਜ਼ ਵੈਰੀ ਡਿਫਿਕਲਟ। ਤਾਂ ਮੇਰਾ ਕੀ ਫਰਜ਼ ਹੈ ਯਾਰ? ਮੇਰਾ ਫਰਜ਼ ਹੈ ਕਿ ਤੁਹਾਨੂੰ ਨਾ ਮੈਂ ਆਪਣੇ ਐਕਸਪੀਰੀਅੰਸ ਦੇ ਰਾਹੀਂ ਉਹ ਚੀਜ਼ਾਂ ਹਾਈਲਾਈਟ ਕਰਕੇ ਤੇ ਅੰਡਰਲਾਈਨ ਕਰਕੇ ਤੇ ਬੋਲ ਕੇ ਕਹਿ ਸਕਾਂ ਵੀ ਤੁਸੀਂ ਇਹ ਚੀਜ਼ ਜ਼ਰੂਰ ਧਿਆਨ ਰੱਖਿਓ। See, when you're reading, you're using one sense or two of your senses, बोल के पढ़ रहे होता। When you're listening to me, you are using and writing it down, you are using more than two senses। ਤੁਸੀਂ ਦੇਖ ਵੀ ਰਹੇ ਹੋ, ਤੁਸੀਂ ਸੁਣ ਵੀ ਰਹੇ ਹੋ, ਤੁਸੀਂ ਲਿਖ ਵੀ ਰਹੇ ਹੋ ਤੇ ਉਹਦੇ ਬਾਅਦ ਬੋਲ ਕੇ ਪੜੋਗੇ ਵੀ ਸਹੀ ਤੇ ਵਧੀਆ ਰਿਵੀਜ਼ਨ ਹੋ ਜਾਣੀ ਹੈ। So I hope you can take maximum benefit of these classes. That is what I'm trying to do, that I can give you at least 100% clarity on the survey and there would be no other need to go anywhere, right। So going further, practice questions ਜਿਹੜਾ ਆਪਣਾ ਰੋਜ਼ ਦਾ ਇੱਕ ਰਿਚੁਅਲ ਬਣਿਆ ਹੋਇਆ ਸੀਗਾ ਸਰਵੇ ਵੀਡੀਓਜ਼ 'ਚ, right। So first question, it is your time, please answer in the comment section। again ਮੈਂ ਤੁਹਾਡੇ ਨਾਲ ਬੈਠਾ ਆਨਸਰ ਕਰਦਾ ਰਹਾਂਗਾ, right। So CCTNS deals with which among the following? A option ethical reforms, B option public goods, C police complaints, D none of the above, right। Then second question, consider the following: number 1 police, number 2 public order, number 3 coinage, which of the above are state subjects under the 7th schedule? 1 and 2, 1 and 3, 1 2 3, 2 and 3। then यार ये तीजा क्वेश्चन बड़ा ही सौखा है। सांझ deals with which of the following? drug abuse, evening classes amid COVID, entertainment, community policing। so for you to answer, very very simple। fourth question जी, PBPG grams deals with which among the following? village reforms, ethics and governance, gram panchayat empowerment, public grievance redressal। so किधे नाल deal कर रहे हैं जी? you have to guess it। then last question for the day, last question for the survey series, consider the following about decentralization in Punjab। number 1, the state government has devolved all 18 functions to ULBs। number 2, reservation for women in ULBs has been raised from 33% to 50%।
Which of the above are correct? One only, two only, both, none. So for you to answer. And before leaving you here, I would want to say thank you so much for appreciating this series. ਜੇ ਅਗੇਨ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਪੂਰੀ ਪਲੇਲਿਸਟ ਪਈ ਹੈ, right from micro analysis all through the 8 chapters. I tried to ensure during this series ਕਿ ਜਿਹੜੀ ਮਾਈਕਰੋਐਸਟ ਡਿਟੇਲ ਹੋ ਜਾਏ, ਜਿਹੜੀ ਮੋਸਟ ਮਾਈਕਰੋ ਐਨਾਲਿਸਿਸ ਹੋ ਸਕਦਾ ਉਹ ਕਰਕੇ ਆਪਾਂ ਸਟਾਰਟ ਕੀਤਾ, ਤੇ ਵਿੱਚ ਹਰ ਇੱਕ ਚੀਜ਼ ਆਪਾਂ ਕੱਢ ਲਈ ਸਰਵੇ ਚੋਂ ਤੇ ਆਪਾਂ ਐਕਸਪਲੇਨ ਕਰ ਲਈ। ਤੇ ਹੁਣ PDF ਨੋਟਸ ਵੀ ਤੁਹਾਨੂੰ ਪ੍ਰੋਵਾਈਡਡ ਨੇ ਇੰਗਲਿਸ਼ ਤੇ ਪੰਜਾਬੀ ਬੋਥ ਵਿੱਚ, ਰਾਈਟ। ਸੋ ਉਹਨਾਂ ਦੇ ਨਾਲ ਕੀ ਫਾਇਦਾ ਹੋਣਾ ਹੈ ਜੀ, ਹੁਣ ਤੁਹਾਡੀ ਸੀਰੀਜ਼ ਜਿਹੜੀ ਫਿਨਿਸ਼ ਹੋ ਗਈ ਹੈ, ਕੰਪਲੀਟ ਹੋ ਗਈ ਹੈ, ਹੁਣ ਤੁਹਾਨੂੰ ਕਿਸੇ ਹੋਰ ਚੀਜ਼ ਦੇ ਜਾਣ ਦੀ ਲੋੜ ਨਹੀਂ। ਇਕਨੋਮਿਕ ਸਰਵੇ ਤੁਹਾਡਾ ਕਵਰਡ ਹੈ, ਤੇ ਇਕਨੋਮਿਕਸ ਦੇ ਯਾਰ ਮੈਜੋਰਟੀ ਆਫ ਕੁਐਸਚਨਸ ਨਾ ਤੁਸੀਂ ਧਿਆਨ ਰੱਖਿਓ, ਮਾਈਕਰੋ ਐਨਾਲਿਸਿਸ ਦੇਖ ਲਿਓ, ਸਕੀਮਸ ਤੋਂ ਆਉਂਦੇ ਨੇ ਜਾਂ ਇਨੀਸ਼ੀਏਟਿਵਸ ਤੋਂ ਆਉਂਦੇ ਨੇ ਜਾਂ ਫਾਈਨੈਂਸ਼ੀਅਲ ਵਾਲਾ ਜਿਹੜਾ ਆਪਾਂ 7ਵਾਂ ਚੈਪਟਰ ਕੀਤਾ ਉਹਦੇ ਤੋਂ ਆਉਂਦੇ ਨੇ। ਤਾਂ ਪੇਪਰ ਤੋਂ ਜਾਣ ਤੋਂ ਪਹਿਲਾਂ ਤੁਸੀਂ ਕੁਛ ਨਹੀਂ ਕਰਨਾ, ਪ੍ਰੈਕਟਿਸ ਕੁਐਸਚਨ ਸਾਰੇ ਸੋਲਵ ਕਰ ਲੈਣੇ ਨੇ, ਤੇ ਪਹਿਲਾ ਵਾਲਾ ਸਕੀਮ ਵਾਲਾ ਡਾਕੂਮੈਂਟ ਜਿਹੜਾ ਹੈਗਾ, ਸਕੀਮ ਵਾਲੇ ਇਨੀਸ਼ੀਏਟਿਵਸ ਇੱਕ ਜਗ੍ਹਾ ਲਿਖ ਲੈਣੇ ਨੇ, ਜਿਹੜੇ ਮੈਂ ਇੰਪੋਰਟੈਂਟ ਵੈਰੀ ਇੰਪੋਰਟੈਂਟ ਕਹੇ ਨੇ ਉਹਨਾਂ ਨੂੰ ਅਲੱਗ, ਤੇ ਨਾਲ 7ਵੀਂ ਵਾਲੇ ਚੈਪਟਰ ਦੀ ਵੀਡੀਓ ਪਲੀਜ਼ ਇੱਕ ਵਾਰੀ ਦੁਬਾਰਾ ਦੇਖ ਲਿਓ। that will come in very very handy. So now this is me Anmol Mehta again fulfilling my promise and ending this series. Thank you so much for following. Again ਰੱਬ ਨੂੰ ਯਾਦ ਕਰਦੇ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। Thank you so much. I hope all of you clear the PCS exam. Thank you.